ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਸਹਿਜਾਨੰਦ ਸਰਸਵਤੀ, ਸੁਤੰਤਰਤਾ ਸੈਨਾਨੀ ਦੀਵਾਨ ਕੌਸ਼ਾਲ ਅਤੇ ਸ਼ਹੀਦ ਬਹਾਦਰ ਖਾਨ ਬਾਰੇ ਜਾਣਕਾਰੀ ਦੇ ਰਹੇ ਹਾਂ। ਆਜ਼ਾਦੀ ਕਾ ਸਫ਼ਰ ਦੀ ਅੱਜ ਦੀ ਕੜੀ ਵਿੱਚ ਅਸੀਂ ਮਹਾਨ ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਸਹਿਜਾਨੰਦ ਸਰਸਵਤੀ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ। ਉਹਨਾਂ ਦਾ ਦੇਹਾਂਤ ਅੱਜ ਦੇ ਹੀ ਦਿਨ 1950 ਵਿੱਚ ਹੋਇਆ ਸੀ। ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਸਹਿਜਾਨੰਦ ਇੱਕ ਪ੍ਰਤਿਭਾਸ਼ਾਲੀ, ਬੁੱਧੀਜੀਵੀ, ਸ਼ਕਤੀਸ਼ਾਲੀ ਲੇਖਕ ਅਤੇ ਸਮਰਪਿਤ ਕ੍ਰਾਂਤੀਕਾਰੀ ਸਨ। ਸਹਿਜਾਨੰਦ ਸਰਸਵਤੀ ਦਾ ਜਨਮ 22 ਫਰਵਰੀ 1899 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਹੋਇਆ। ਪਹਿਲੋਂ ਉਹਨਾਂ ਦਾ ਨਾਂ ਨਵਰੰਗ ਰਾਏ ਸੀ। ਉਹਨਾਂ ਨੇ 1929 ਵਿੱਚ ਬਿਹਾਰ ਪ੍ਰਾਂਤ ਦੇ ਕਿਸਾਨ ਸਭਾ ਦੇ ਗਠਨ ਦੇ ਨਾਲ ਬਿਹਾਰ ਵਿੱਚ ਕਿਸਾਨ ਸਭਾ ਅੰਦੋਲਨ ਦੀ ਸ਼ੁਰੂਆਤ ਕੀਤੀ। ਇਸ ਸਭਾ ਨੇ ਕਿਸਾਨਾਂ ਨੂੰ ਜ਼ਮੀਂਦਾਰਾਂ ਵੱਲੋਂ ਉਹਨਾਂ ਦੇ ਅਧਿਕਾਰਾਂ ਦੇ ਘਾਣ ਵਿਰੁੱਧ ਸੰਗਠਿਤ ਕੀਤਾ। ਅਪ੍ਰੈਲ 1936 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਲਖਨਊ ਇਜਲਾਸ ਵਿੱਚ ਸਰਬ ਭਾਰਤੀ ਕਿਸਾਨ ਸਭਾ ਦਾ ਗਠਨ ਕੀਤਾ ਗਿਆ। ਸਹਿਜਾਨੰਦ ਸਰਸਵਤੀ ਨੂੰ ਇਸ ਸਭਾ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। NG ਗੰਗਾ ਅਤੇ EMS ਨਬੂਦਰੀਪਾਦ ਵਰਗੇ ਪ੍ਰਮੁੱਖ ਨੇਤਾ ਇਸ ਸਭਾ ਦੇ ਮੈਂਬਰ ਬਣਾਏ ਗਏ। ਅਗਸਤ 1936 ਵਿੱਚ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਗਿਆ ਅਤੇ ਜ਼ਿਮੀਂਦਾਰੀ ਪ੍ਰਥਾ ਸਮਾਪਤ ਕਰਨ ਅਤੇ ਪੇਂਡੂ ਕਰਜ਼ੇ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਸਹਿਜਾਨੰਦ ਸਰਸਵਤੀ ਨੇ 1937-38 ਵਿੱਚ ਬਿਹਾਰ ਵਿੱਚ ਬਾਕਾਸ਼ਤ ਅੰਦੋਲਨ ਸ਼ੁਰੂ ਕੀਤਾ। ਬਾਕਾਸ਼ਤ ਦਾ ਅਰਥ ਸੀ ਖੇਤੀ ਦੇ ਨਾਲ ਯਾਨੀ ਸਵੈ ਦੀ ਜੋਤ। ਇਹ ਅੰਦੋਲਨ ਜ਼ਿਮੀਂਦਾਰਾਂ ਵੱਲੋਂ ਬਾਕਾਸ਼ਤ ਭੂਮੀ ਤੋਂ ਜੋਤਦਾਰਾਂ ਯਾਨੀ ਅਸਾਮੀਆਂ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਸੀ। ਇਸ ਅੰਦੋਲਨ ਨੇ ਜ਼ੋਰ ਫੜਿਆ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਬਿਹਾਰ ਕਾਸ਼ਤਕਾਰ ਕਾਨੂੰਨ ਅਤੇ ਬਾਕਾਸ਼ਤ ਭੂਮੀ ਕਰ ਪਾਸ ਕੀਤਾ ਗਿਆ। ਸਹਿਜਾਨੰਦ ਸਰਸਵਤੀ ਨੇ ਬੇਟਾ ਦੀ ਡਾਲਮੀਆ ਸ਼ੂਗਰ ਮਿੱਲ ਵਿੱਚ ਸਫਲ ਸੰਘਰਸ਼ ਦੀ ਅਗਵਾਈ ਕੀਤੀ। ਭਾਰਤ ਛੱਡੋ ਅੰਦੋਲਨ ਦੌਰਾਨ ਜਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸੁਭਾਸ਼ ਚੰਦਰ ਬੋਸ ਅਤੇ ਆਲ ਇੰਡੀਆ ਫਾਰਵਰਡ ਬਲਾਕ ਨੇ ਬਰਤਾਨੀਆ ਰਾਜ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 28 ਅਪ੍ਰੈਲ ਦੇ ਦਿਨ ਸਰਬ ਭਾਰਤੀ ਸਵਾਮੀ ਸਹਿਜਾਨੰਦ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ। ਸੁਭਾਸ਼ ਚੰਦਰ ਬੋਸ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਵਾਮੀ ਸਹਿਜਾਨੰਦ ਸਰਸਵਤੀ ਇੱਕ ਅਜਿਹਾ ਨਾਮ ਹੈ ਜਿਸ ਦੀ ਸਹੁੰ ਅਤੇ ਸੰਕਲਪ ਲਿਆ ਜਾਣਾ ਚਾਹੀਦਾ ਹੈ। ਭਾਰਤ ਵਿੱਚ ਕਿਸਾਨ ਅੰਦੋਲਨ ਦੇ ਨਿਰਵਿਵਾਦ ਨੇਤਾ ਅੱਜ ਉਹ ਜਨ ਦੇ ਆਦਰਸ਼ ਅਤੇ ਲੱਖਾਂ ਲੋਕਾਂ ਦੇ ਨਾਇਕ ਬਣ ਗਏ ਨੇ। ਉਹਨਾਂ ਨੂੰ ਰਾਮਗੜ੍ਹ ਵਿੱਚ ਆਲ ਇੰਡੀਆ ਐਂਟੀ ਕੰਪਰੋਮਾਈਜ਼ ਕਾਨਫਰੰਸ ਦਾ ਪ੍ਰਧਾਨ ਬਣਾਇਆ ਜਾਣਾ ਨਿਸ਼ਚਿਤ ਤੌਰ ਤੇ ਮਾਣ ਵਾਲੀ ਗੱਲ ਰਹੀ। ਮੇਰੇ ਲਈ ਇੱਕ ਮਿੱਤਰ, ਇੱਕ ਚਿੰਤਕ ਅਤੇ ਮਾਰਗਦਰਸ਼ਕ ਦੇ ਰੂਪ ਵਿੱਚ ਉਹਨਾਂ ਨੂੰ ਹਾਸਲ ਕਰਨਾ ਬਹੁਤ ਵੱਡਾ ਮਾਣ ਹੈ। ਸਵਾਮੀ ਜੀ ਦੀ ਅਗਵਾਈ ਵਿੱਚ ਵੱਡੀ ਸੰਖਿਆ ਵਿੱਚ ਕਿਸਾਨ ਅੰਦੋਲਨ ਦੇ ਮੋਢੀ ਆਗੂ ਫਾਰਵਰਡ ਬਲਾਕ ਨਾਲ ਜੁੜੇ। ਸਹਿਜਾਨੰਦ ਸਰਸਵਤੀ ਦਾ ਦੇਹਾਂਤ 26 ਜੂਨ 1950 ਨੂੰ ਹੋ ਗਿਆ। ਇਸ ਮਹਾਨ ਰਾਸ਼ਟਰਵਾਦੀ ਕਿਸਾਨ ਨੇਤਾ ਨੂੰ ਸਾਡਾ ਨਮਨ। ਅੱਜ ਅਸੀਂ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਦੀਵਾਨ ਕੌਸ਼ਾਲ ਨੂੰ ਵੀ ਚੇਤੇ ਕਰਦੇ ਹਾਂ। ਉਹਨਾਂ ਦਾ ਜਨਮ 1912 ਵਿੱਚ 26 ਜੂਨ ਨੂੰ ਹੋਇਆ ਸੀ। ਕੌਸ਼ਾਲ ਚਟਗਾਮ ਰੈਵੋਲਿਊਸ਼ਨਰੀ ਪਾਰਟੀ ਦੇ ਮੈਂਬਰ ਸਨ ਅਤੇ ਉਹਨਾਂ 18 ਅਪ੍ਰੈਲ 1930 ਨੂੰ ਚਟਗਾਮ ਸਸ਼ਸਤਰ ਗਾਰ ਹਮਲੇ ਵਿੱਚ ਪ੍ਰਮੁੱਖ ਰੂਪ ਵਿੱਚ ਹਿੱਸਾ ਲਿਆ। ਚਟਗਾਮ ਹਮਲੇ ਤੋਂ ਬਾਅਦ ਉਹਨਾਂ ਨੇ ਸ਼ਹਿਰ ਛੱਡ ਦਿੱਤਾ, ਪਰ 22 ਅਪ੍ਰੈਲ 1930 ਨੂੰ ਉਹਨਾਂ ਨੂੰ ਫੇਨੀ ਰੇਲਵੇ ਸਟੇਸ਼ਨ ਤੇ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਕਿਸੇ ਤਰ੍ਹਾਂ ਉਹ 2 ਹੋਰ ਬੰਦੀਆਂ ਦੇ ਨਾਲ ਭੱਜ ਕੇ ਚੰਦਰਨਾਗੌਰ ਤੱਕ ਆਉਣ ਵਿੱਚ ਸਫਲ ਹੋ ਗਏ। ਫ੍ਰੈਂਚ ਕਲੋਨੀ ਦੇ ਪ੍ਰਸ਼ਾਸਕ M ਚੈਂਪੀਅਨ ਕਲਕੱਤਾ ਵਿੱਚ ਬ੍ਰਿਟਿਸ਼ ਅਧਿਕਾਰੀਆਂ ਨੂੰ ਉਹਨਾਂ ਦੇ ਟਿਕਾਣਿਆਂ ਦੀ ਖਬਰ ਦੇ ਦਿੱਤੀ। ਸੂਚਨਾ ਮਿਲਣ ਤੇ ਕਲਕੱਤਾ ਦੇ ਪੁਲਿਸ ਕਮਿਸ਼ਨਰ ਟੇਗਾਟ ਵੱਡੀ ਸੰਖਿਆ ਵਿੱਚ ਪੁਲਿਸ ਕਰਮੀਆਂ ਨਾਲ 1 ਸਤੰਬਰ 1930 ਨੂੰ ਚੰਦਰਨਾਗੌਰ ਪਹੁੰਚੇ। ਉਹਨਾਂ ਇਸ ਥਾਂ ਨੂੰ ਘੇਰ ਲਿਆ ਜਿੱਥੇ ਕ੍ਰਾਂਤੀਕਾਰੀ ਲੁਕੇ ਹੋਏ ਸਨ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੀਵਾਨ ਕੌਸ਼ਾਲ ਨੂੰ ਗੋਲੀ ਲੱਗੀ ਅਤੇ ਉਸੇ ਦਿਨ ਉਹਨਾਂ ਦੀ ਮੌਤ ਹੋ ਗਈ। ਇਸ ਮਹਾਨ ਕ੍ਰਾਂਤੀਕਾਰੀ ਨੂੰ ਸਾਡੇ ਵੱਲੋਂ ਸ਼ਰਧਾਂਜਲੀ। ਅੱਜ ਅਸੀਂ ਸ਼ਹੀਦ ਬਹਾਦਰ ਖਾਨ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ ਸੀ। ਇੱਕ ਹਮਲੇ ਦੌਰਾਨ ਕੰਪਨੀ ਦੇ ਸੈਨਿਕਾਂ ਨੇ ਉਹਨਾਂ ਨੂੰ ਫੜ ਲਿਆ। ਉਹਨਾਂ ਤੇ ਵਿਦਰੋਹ ਦਾ ਇਲਜ਼ਾਮ ਲਗਾਇਆ ਗਿਆ। ਉਹਨਾਂ ਨੂੰ ਤਾਉਮਰ ਸਖਤ ਕੈਦ ਦੀ ਸਜ਼ਾ ਸੁਣਾਈ ਗਈ। ਅੰਡੇਮਾਨ ਦੀਪ ਦੀ ਜੇਲ੍ਹ ਵਿੱਚ 26 ਜੂਨ 1858 ਨੂੰ ਉਹਨਾਂ ਦੀ ਮੌਤ ਹੋ ਗਈ। ਦੂਰਦਰਸ਼ਨ ਸਮਾਚਾਰ ਵੱਲੋਂ ਉਹਨਾਂ ਨੂੰ ਸ਼ਤ-ਸ਼ਤ ਨਮਨ।